Hey guys, you are studying on PSCB English ਤੇ ਅੱਜ ਆਪਾਂ ਲੈ ਕੇ ਆਏ ਹਾਂ ਪਲੱਸ 1 ਵਾਲਿਆਂ ਲਈ ਪਹਿਲੀ ਵੀਡੀਓ। ਇਸ ਪਹਿਲੀ ਵੀਡੀਓ ਦੇ ਵਿੱਚ ਆਪਾਂ ਸੈਕਸ਼ਨ A ਵਿੱਚੋਂ ਚੈਪਟਰ 1 ਜੋ ਕਿ ਹੈ ਜੈਂਡਰ ਬਾਇਸ ਉਹ ਅਸੀਂ ਕਰਨ ਜਾ ਰਹੇ ਹਾਂ। ਸੁਧਾ ਮੂਰਤੀ ਦੁਆਰਾ ਜਿਹੜਾ ਚੈਪਟਰ ਲਿਖਿਆ ਗਿਆ ਜੈਂਡਰ ਬਾਇਸ ਹੀ ਨਾਮ ਕਿਉਂ ਰੱਖਿਆ ਗਿਆ ਇਸ ਚੈਪਟਰ ਦਾ? ਜੈਂਡਰ ਦਾ ਮਤਲਬ ਹੁੰਦਾ ਲਿੰਗ ਤੇ ਬਾਇਸ ਦਾ ਮਤਲਬ ਭੇਦਭਾਵ। ਜਦੋਂ ਲਿੰਗ ਦੇ ਆਧਾਰ ਤੇ ਭੇਦਭਾਵ ਕੀਤਾ ਜਾਂਦਾ ਉਸ ਨੂੰ ਜੈਂਡਰ ਬਾਇਸ ਕਿਹਾ ਜਾਂਦਾ। ਹੁਣ ਇਸ ਚੈਪਟਰ ਦੇ ਵਿੱਚ ਲਿੰਗ ਦੇ ਆਧਾਰ ਤੇ ਭੇਦਭਾਵ ਕਿੱਦਾਂ ਹੋਇਆ ਆਓ ਫਿਰ ਦੇਖਦੇ ਹਾਂ। ਚੈਪਟਰ ਦੀ ਸ਼ੁਰੂਆਤ ਜਿਹੜੀ ਹੈ ਇੱਕ ਲਾਈਨ ਤੋਂ ਹੁੰਦੀ ਜਿਸ ਵਿੱਚ ਲਿਖਿਆ ਹੈ ਇਟ ਵਾਸ ਲੌਂਗ ਟਾਈਮ ਐਗੋ, ਮਤਲਬ ਕਿ ਬਹੁਤ ਟਾਈਮ ਪਹਿਲੇ ਦੀ ਉਹ ਗੱਲ ਦੱਸ ਰਹੀ ਹੈ। ਜਿਸ ਟਾਈਮ ਉਸਨੇ ਲਿਖਿਆ ਸੀਗਾ ਚੈਪਟਰ ਉਸ ਤੋਂ ਵੀ ਕਾਫੀ ਟਾਈਮ ਪਹਿਲੇ ਦੀ ਉਹ ਗੱਲ ਦੱਸ ਰਹੀ ਹੈ ਜਿਸ ਦੇ ਵਿੱਚ ਉਹ ਆਪਣੀ ਇੱਕ ਸਟੋਰੀ ਸੁਣਾ ਰਹੀ, ਰਾਈਟਰ ਆਪਣੀ ਇੱਕ ਸਟੋਰੀ ਸੁਣਾ ਰਹੀ। ਰਾਈਟਰ ਉਸ ਟਾਈਮ ਤੇ ਕੀ ਕਹਿੰਦੀ, ਜਿਸ ਟਾਈਮ ਦੀ ਗੱਲ ਸੁਣਾ ਰਹੀ ਉਸ ਟਾਈਮ ਤੇ ਕੀ ਕਹਿੰਦੀ ਹੈ ਆਈ ਵਾਸ ਅ ਯੰਗ ਬ੍ਰਾਈਟ ਸਟੂਡੈਂਟ। ਉਹ ਇੱਕ ਜਵਾਨ ਤੇ ਇੱਕ ਇੰਟੈਲੀਜੈਂਟ ਸਟੂਡੈਂਟ ਸੀਗੀ ਉਸ ਟਾਈਮ। IISc ਇੰਡੀਅਨ ਇੰਸਟੀਚਿਊਟ ਆਫ ਸਾਇੰਸਿਸ ਬੈਂਗਲੌਰ ਵਿੱਚ ਉਹ ਐਮਟੈਕ ਦੀ ਡਿਗਰੀ ਲੈ ਰਹੀ ਸੀ, ਪੋਸਟ ਗ੍ਰੈਜੂਏਟ ਦੀ ਡਿਗਰੀ ਲੈ ਰਹੀ ਸੀਗੀ ਕੰਪਿਊਟਰ ਸਾਇੰਸ ਦੇ ਵਿੱਚ। ਅੱਜਕੱਲ IISc ਨੂੰ ਟਾਟਾ ਇੰਸਟੀਚਿਊਟ ਦੇ ਨਾਮ ਨਾਲ ਜਾਣਿਆ ਜਾਂਦਾ। ਸੁਧਾ ਮੂਰਤੀ ਕੰਪਿਊਟਰ ਸਾਇੰਸ ਦੇ ਵਿੱਚ ਡਾਕਟਰੇਟ ਕਰਨ ਲਈ ਵਿਦੇਸ਼ ਜਾਣਾ ਚਾਹੁੰਦੀ ਸੀ। ਵਿਦੇਸ਼ ਤੋਂ ਅਮਰੀਕਾ ਦੇ ਕਾਫੀ ਕਾਲਜਸ ਤੋਂ ਕਾਫੀ ਯੂਨੀਵਰਸਿਟੀਜ਼ ਤੋਂ ਉਹਨੂੰ ਸਕਾਲਰਸ਼ਿਪ ਵੀ ਆਫਰ ਹੋਈ ਸੀ। ਇੱਕ ਦਿਨ ਜਦੋਂ ਆਪਣੇ ਕਾਲਜ ਤੋਂ ਆਪਣੇ ਹੋਸਟਲ ਦੇ ਵੱਲ ਪ੍ਰੋਸੀਡ ਕਰ ਰਹੀ ਸੀ ਰਸਤੇ ਵਿੱਚ ਨੋਟਿਸ ਬੋਰਡ ਤੇ ਉਹ ਇੱਕ ਨੋਟਿਸ ਲੱਗਿਆ ਦੇਖ ਲਈ। ਨੋਟਿਸ ਇੱਕ ਜੌਬ ਓਪਰਚੁਨਿਟੀ ਦਾ ਨੋਟਿਸ ਸੀਗਾ ਟੈਲਕੋ ਵੱਲੋਂ। ਅੱਜ ਕੱਲ੍ਹ ਟਾਟਾ ਮੋਟਰਸ ਕਿਹਾ ਜਾਂਦਾ ਉਹਨੂੰ। ਟੈਲਕੋ ਵੱਲੋਂ ਨੋਟਿਸ ਸੀਗਾ ਜਿਸ ਦੇ ਵਿੱਚ ਸੀਗਾ ਕਿ ਉਹਨਾਂ ਨੂੰ ਸ਼ੌਪ ਫਲੋਰ ਵਾਸਤੇ EMPLOYEES ਚਾਹੀਦੇ ਨੇ ਤੇ ਕੈਂਡੀਡੇਟਸ ਇਸ ਦੇ ਲਈ ਅਪਲਾਈ ਕਰ ਸਕਦੇ ਨੇ। ਪਰ ਨੀਚੇ ਇੱਕ ਲਾਈਨ ਲਿਖੀ ਸੀ ਜਿਸ ਨੂੰ ਦੇਖ ਕੇ ਸੁਧਾ ਮੂਰਤੀ ਨੂੰ ਬਹੁਤ ਦੁੱਖ ਵੀ ਹੁੰਦਾ ਹੈ, ਬਹੁਤ ਗੁੱਸਾ ਵੀ ਚੜ੍ਹਦਾ ਹੈ। ਉਸ ਲਾਈਨ ਵਿੱਚ ਕੀ ਲਿਖਿਆ ਸੀ? ਉਸ ਲਾਈਨ ਵਿੱਚ ਲਿਖਿਆ ਸੀ ਲੇਡੀਜ਼ ਕੈਂਡੀਡੇਟਸ ਨੀਡ ਨਾਟ ਅਪਲਾਈ। ਜਿਹੜੇ ਲੇਡੀਜ਼ ਨੇ ਉਹ ਇਸ ਜੌਬ ਵਾਸਤੇ ਅਪਲਾਈ ਨਹੀਂ ਕਰ ਸਕਦੇ। ਇੱਥੇ ਹੁਣ ਭੇਦਭਾਵ ਹੋ ਗਿਆ, ਇੱਥੇ ਬਾਇਸ ਹੋ ਗਿਆ ਲੇਡੀਜ਼ ਤੇ ਜੈਂਟਸ ਦੇ ਵਿੱਚ ਕਿ ਜੈਂਟਸ ਅਪਲਾਈ ਕਰ ਸਕਦੇ ਨੇ ਤੇ ਲੇਡੀਜ਼ ਅਪਲਾਈ ਨਹੀਂ ਕਰ ਸਕਦੇ। ਦੇਖ ਕੇ ਸੁਧਾ ਮੂਰਤੀ ਨੂੰ ਕਾਫੀ ਦੁੱਖ ਹੁੰਦਾ ਹੈ ਤੇ ਇੱਕ ਚੈਲੰਜ ਦੇ ਰੂਪ ਵਿੱਚ ਇਸ ਚੀਜ਼ ਨੂੰ ਅਸੈਪਟ ਕਰਦੀ ਹੈ ਕਿ ਕਿਸੇ ਨੇ ਇਹਨੂੰ ਚੈਲੰਜ ਕੀਤਾ ਕਿ ਬॉयਜ਼ ਕਰ ਸਕਦੇ ਨੇ ਤੇ ਗਰਲਸ ਜਿਹੜੀਆਂ ਨਹੀਂ ਕਰ ਸਕਦੀਆਂ, ਕਿ ਤੂੰ ਵੀ ਗਰਲ ਹੈ ਤੇ ਤੂੰ ਨਹੀਂ ਕਰ ਸਕਦੀ। ਇਸ ਤਰ੍ਹਾਂ ਉਸਨੇ ਇੱਕ ਚੈਲੰਜ ਦੇ ਰੂਪ ਵਿੱਚ ਇਸ ਨੂੰ ਅਸੈਪਟ ਕੀਤਾ। ਆਪਣੇ ਹੋਸਟਲ ਵੱਲ ਪ੍ਰੋਸੀਡ ਕਰਦੀ। ਹੋਸਟਲ ਵਿੱਚ ਜਾ ਕੇ ਸੋਚਦੀ ਹੈ ਕਿ ਉਸ ਨੂੰ ਇਨਫੋਰਮ ਕਰਨਾ ਚਾਹੀਦਾ ਹੈ ਹੈਡ ਆਫ ਦ ਟੈਲਕੋ। ਉਸ ਟਾਈਮ ਤੇ ਮਿਸਟਰ ਐਸ ਮੁਲਗਾਓਕਰ ਜਿਹੜੇ ਸੀਗੇ ਚੇਅਰਮੈਨ ਆਫ ਟੈਲਕੋ ਸੀਗੇ, ਪਰ ਇਸ ਬਾਰੇ ਸੁਧਾ ਮੂਰਤੀ ਨੂੰ ਨਹੀਂ ਸੀ ਪਤਾ ਕਿ ਟੈਲਕੋ ਦਾ ਚੇਅਰਮੈਨ ਕੌਣ ਹੈ। ਉਸ ਨੂੰ ਲੱਗਾ ਕਿ ਟਾਟਾ ਵਿੱਚ ਕੋਈ ਹੋਏਗਾ। ਉਸਨੇ JRD ਟਾਟਾ ਬਾਰੇ ਨਿਊਜ਼ਪੇਪਰਸ ਵਿੱਚ ਕਾਫੀ ਪੜ੍ਹਿਆ ਵੀ ਸੀ ਤੇ ਉਹਨਾਂ ਦੀ ਕਾਫੀ ਫੋਟੋਜ਼ ਵੀ ਵੇਖੀਆਂ ਸੀ। ਉਸਨੇ ਕੀ ਕੀਤਾ, ਇੱਕ ਪੋਸਟ ਕਾਰਡ ਲਿਆ ਤੇ JRD ਟਾਟਾ ਨੂੰ ਲੈਟਰ ਲਿਖਣੀ ਸ਼ੁਰੂ ਕਰ ਦਿੱਤੀ। ਲੈਟਰ ਵਿੱਚ ਉਸਨੇ ਕੀ ਲਿਖਿਆ? ਟਾਟਾ ਹਮੇਸ਼ਾ ਤੋਂ ਹੀ ਪਿਓਨੀਅਰਸ ਰਹੇ ਨੇ, ਮਤਲਬ ਕਿ ਟਾਟਾ ਹਮੇਸ਼ਾ ਤੋਂ ਹੀ ਦੂਸਰਿਆਂ ਨੂੰ ਰਾਹ ਵਿਖਾਉਣ ਵਾਲੇ ਰਹੇ ਨੇ ਤੇ ਉਹਨਾਂ ਨੇ ਕਾਫੀ ਟਾਈਮ ਤੋਂ ਐਜੂਕੇਸ਼ਨ ਦੇ ਫੀਲਡ ਵਿੱਚ ਵੀ ਆਪਣਾ ਕਾਫੀ ਜਿਹੜਾ ਕੰਮ ਕੀਤਾ। ਉਹ 1900s ਤੋਂ ਐਜੂਕੇਸ਼ਨ ਦੇ ਫੀਲਡ ਵਿੱਚ ਇੰਡੀਆ ਨੂੰ ਅੱਗੇ ਲੈ ਕੇ ਜਾਣ ਵਿੱਚ ਆਪਣਾ ਕੰਮ ਕਰ ਰਹੇ ਨੇ। ਫਿਰ ਉਸਨੇ ਅੱਗੇ ਕੀ ਲਿਖਿਆ ਕਿ ਟਾਟਾਸ ਨੇ IISc ਵਰਗੇ ਮਹਾਨ ਕਾਲਜਸ ਨੂੰ ਵੀ ਖੋਲ੍ਹਿਆ ਤੇ ਕਿਸਮਤ ਦੇ ਨਾਲ ਉਹ ਵੀ ਟਾਟਾ ਦੇ ਹੀ ਕਾਲਜ ਵਿੱਚ ਪੜ੍ਹ ਰਹੀ। ਪਰ ਉਸਨੂੰ ਇਹ ਜਾਣ ਕੇ ਬਹੁਤ ਦੁੱਖ ਹੋ ਰਿਹਾ ਕਿ ਟਾਟਾਸ ਵਰਗੇ ਜਿਹੜੇ ਦੂਸਰਿਆਂ ਨੂੰ ਰਾਹ ਵਿਖਾਉਂਦੇ ਨੇ ਉਹੀ ਲੜਕੀ ਅਤੇ ਲੜਕੇ ਦੇ ਵਿੱਚ ਭੇਦਭਾਵ ਕਰ ਰਹੇ। ਇੱਕ ਜੌਬ ਵਾਸਤੇ ਲਿਖਦੇ ਆ ਕਿ ਲੇਡੀਜ਼ ਕੈਂਡੀਡੇਟਸ ਨੀਡ ਨਾਟ ਅਪਲਾਈ। ਆਪਣਾ ਦੁੱਖ ਪ੍ਰਗਟ ਕਰਦੀ ਹੈ ਤੇ ਟਾਟਾ ਨੂੰ ਲੈਟਰ ਲਿਖ ਦਿੰਦੀ ਹੈ। ਪੋਸਟ ਕਰਕੇ ਲੈਟਰ ਬਾਰੇ ਭੁੱਲ ਜਾਂਦੀ। 10 ਦਿਨਾਂ ਦੇ ਘੱਟ ਵਿੱਚ ਉਸਨੂੰ ਇੱਕ ਟੈਲੀਗ੍ਰਾਮ ਮਿਲਦਾ। ਟੈਲੀਗ੍ਰਾਮ ਵਿੱਚ ਕੀ ਲਿਖਿਆ ਹੁੰਦਾ ਕਿ ਸ਼ੀ ਹੈਜ਼ ਟੂ ਅਪੀਅਰ ਫॉर ਦਾ ਇੰਟਰਵਿਊ ਐਟ ਪੁਣੇ ਆਫਿਸ। ਉਸਨੂੰ ਪੁਣੇ ਆਫਿਸ ਦੇ ਵਿੱਚ ਇੰਟਰਵਿਊ ਲਈ ਅਪੀਅਰ ਹੋਣਾ ਔਨ ਕੰਪਨੀ ਦੇ ਐਕਸਪੈਂਸਸ। ਕੰਪਨੀ ਦੇ ਹੀ ਖਰਚਿਆਂ ਉੱਪਰ ਉਸਨੇ ਪੁਣੇ ਜਾ ਕੇ ਆਪਣਾ ਇੰਟਰਵਿਊ ਦੇਣਾ। ਸੁਧਾ ਮੂਰਤੀ ਬਹੁਤ ਹੈਰਾਨ ਹੁੰਦੀ ਹੈ ਕਿ ਉਸਨੂੰ ਜਿਸ ਜੌਬ ਵਾਸਤੇ ਉਹਨਾਂ ਨੇ ਲੇਡੀਜ਼ ਨੂੰ ਮਨਾ ਕੀਤਾ ਸੀਗਾ ਉਸੇ ਜੌਬ ਲਈ ਉਸਨੂੰ ਅੱਗੋਂ ਲੈਟਰ ਆ ਰਹੀ ਹੈ ਕਿ ਕੰਪਨੀ ਦੇ ਐਕਸਪੈਂਸਸ ਤੇ
ਤੁਹਾਨੂੰ ਇੰਟਰਵਿਊ ਦੇਣ ਲਈ ਬੁਲਾ ਰਹੇ ਨੇ। ਬਹੁਤ ਹੈਰਾਨ ਹੁੰਦੀ ਤੇ ਆਪਣੀ ਹੋਸਟਲ ਮੇਟਸ ਦੇ ਨਾਲ ਜਿਹੜੀ ਹੈ ਪੂਰਾ ਆਪਣਾ ਜਿਹੜੀ ਗੱਲ ਹੈ ਉਹ ਸਾਂਝਾ ਕਰਦੀ। ਹੋਸਟਲ ਮੇਟਸ ਕਹਿੰਦੀ ਹੈ ਕਿ ਤੇਰੇ ਲਈ ਇੱਕ ਵਧੀਆ ਓਪਰਚੁਨਿਟੀ ਕਿ ਤੂੰ ਫ੍ਰੀ ਵਿੱਚ ਪੁਣੇ ਘੁੰਮ ਕੇ ਆ ਸਕਦੀ ਹੈ ਤੇ ਨਾਲ ਸਾਡੇ ਲਈ ਉੱਥੋਂ ਹੋਸਟਲ ਮੇਟਸ ਕਹਿੰਦੀ ਕਿ ਉਹਨਾਂ ਲਈ ਸਾੜੀਜ਼ ਵੀ ਲੈ ਕੇ ਆ ਸਕਦੀ ਹੈ। ਪੁਣੇ ਦੀ ਫੇਮਸ ਜਿਹੜੀ ਸਾੜੀਜ਼ ਨੇ ਉਹ ਵੀ ਲੈ ਕੇ ਆ ਸਕਦੀ। ਹੁਣ ਸੁਧਾ ਮੂਰਤੀ ਸਭ ਕੋ 30 ਰੁਪਏ ਇਕੱਠੇ ਕਰਦੀ ਹੈ ਤੇ ਪੁਣੇ ਚਲ ਜਾਂਦੀ ਹੈ। ਦੱਸੇ ਹੋਏ ਐਡਰੈਸ ਤੇ ਪਿੰਪਰੀ ਆਫਿਸ ਵਿੱਚ ਪਹੁੰਚ ਜਾਂਦੀ ਹੈ। ਜਿਸ ਰੂਮ ਵਿੱਚ ਇੰਟਰਵਿਊ ਹੋਣਾ ਹੁੰਦਾ ਹੈ ਸੁਧਾ ਮੂਰਤੀ ਉਸ ਰੂਮ ਵਿੱਚ ਪਹੁੰਚ ਜਾਂਦੀ ਹੈ। ਉੱਥੇ ਜਦੋਂ ਪਹੁੰਚਦੀ ਹੈ ਤੇ ਦਰਵਾਜ਼ਾ ਖੋਲਦੀ ਹੈ ਤੇ ਦੇਖਦੀ ਹੈ ਕਿ ਉੱਥੇ 6 ਵਿਅਕਤੀਆਂ ਦਾ ਇੱਕ ਪੈਨਲ ਹੈ। 6 ਲੋਕ ਉੱਥੇ ਬੈਠੇ ਨੇ। ਇਹ ਉਹਨਾਂ ਦਾ ਇੱਕ ਪੈਨਲ ਹੈ ਇੰਟਰਵਿਊ ਲੈਣ ਵਾਸਤੇ। ਉਸ ਨੂੰ ਆ ਦੇਖ ਕੇ ਲੱਗਦਾ ਕਿ ਇਹ ਕੋਈ ਬਹੁਤ ਹੀ ਸੀਰੀਅਸ ਬਿਜ਼ਨਸ ਹੈ। ਇੰਟਰਵਿਊ ਦੇ ਅੰਦਰ ਜਾਂਦੀ ਹੈ ਕਿ ਕਿਸੇ ਦੀ ਵਿਸਪਰਿੰਗ ਸੁਣਦੀ ਹੈ, ਕਿਸੇ ਦੀ ਫੁਸਫੁਸਾਹਟ ਸੁਣਦੀ ਹੈ। ਕੋਈ ਕਿਸੇ ਨੂੰ ਕਹਿ ਰਿਹਾ ਹੁੰਦਾ ਕਿ ਉਹੀ ਲੜਕੀ ਜਿਸਨੇ ਜੀਆਰਡੀ ਨੂੰ ਲੈਟਰ ਲਿਖੀ ਸੀ। ਆ ਸੁਣ ਕੇ ਸੁਧਾ ਮੂਰਤੀ ਨੂੰ ਯਕੀਨ ਹੋ ਜਾਂਦਾ ਕਿ ਉਸ ਨੂੰ ਜੌਬ ਵਿੱਚ ਆ ਨਹੀਂ ਰੱਖਣਾ। ਸੁਧਾ ਮੂਰਤੀ ਬਹਿ ਜਾਂਦੀ ਹੈ ਤੇ ਇੰਟਰਵਿਊ ਸ਼ੁਰੂ ਹੋਣ ਹੀ ਲੱਗਦਾ ਤੇ ਸੁਧਾ ਮੂਰਤੀ ਉਹਨਾਂ ਨੂੰ ਇੱਕ ਲਾਈਨ ਕਹਿੰਦੀ ਹੈ। ਲਾਈਨ ਵਿੱਚ ਕੀ ਕਹਿੰਦੀ ਹੈ ਕਿ ਸਿਰਫ ਟੈਕਨੀਕਲ ਕੁਐਸਚਨਸ ਹੀ ਪੁੱਛੇ ਜਾਣ। ਆ ਮੇਰੀ ਇੱਛਾ ਕਿ ਸਿਰਫ ਟੈਕਨੀਕਲ ਕੁਐਸਚਨਸ ਹੀ ਪੁੱਛੇ ਜਾਣ, मतलब कि तकनीकी क्वेश्चन ही पूछी जान। होर इत्थे कोई भी मतलब कि कोई बदला लैण वाली गल ना होवे। सुधा मूर्ति ने जिद्दां कहा सीगा वो भी टैक्नीकल क्वेश्चन ही पूछते हैं। फिर एक 6 लोकां दे विचों एक जिहड़ा थोड़ा बजुर्ग जिहा हुंदा है वो सुधा मूर्ति नूं कहंदा कि तैनूं पता है कि आपां लड़कियां नूं इंटरव्यू दे लई मना क्यों कीता सीगा, इस जॉब वास्ते आपां लड़कियां नूं मना क्यों कीता सी। फिर इसदा जवाब वो खुद ही दिंदा है। वो कहता आप कभी भी शॉप फ्लोर ऊपर लड़कियां नहीं रखे। इसके जवाब में सुधा मूर्ति कहती है कि कभी तो शुरुआत करनी पवे। एक लंबे इंटरव्यू के बाद सुधा मूर्ति ਨੂੰ जॉब वास्ते सिलेक्ट कर लिया जाता। टैलको ਦੇ ਵਿੱਚ टैलको ਦੀ जॉब पाने तो बाद ਉਸ ਨੂੰ एहसास ਹੁੰਦਾ कि जीआरडी कौन सी। जीआरडी वाज द ओनर ऑफ टाटा कंपनी। टैलको ਦਾ ਉਹ ओनर ਸੀ जीआरडी जिस ਨੂੰ ਲੈਟਰ ਲਿਖੀ ਸੀ। पुणे के ऑफिस विच उसकी जॉब लग जाती है ते उत्थे उसनूं कदी भी जीआरडी नाल मुलाकात का कोई भी मौका नहीं मिलता। इत्थे दसदी है एक वर्ड दिता होया कि शाय मैन फ्रॉम कर्नाटका। शाय मैन फ्रॉम कर्नाटका नारायण मूर्ति नूं कहा गया जो कि इन्फोसिस के फाउंडर भी रहे ने। नारायण मूर्ति दे नाल उसकी दोस्ती हो जाती है ते उन्हां नाल ही उसकी शादी भी हो जाती है। आजकल सुधा मूर्ति उन्हां दी कंपनी विच चेयरपर्सन ने ते सुधा मूर्ति दी उन्हां नाल शादी हो जाती है। कुछ देर बाद सुधा मूर्ति की ट्रांसफर मुंबई हो जाती है। मुंबई किसी काम नाल वो चेयरमैन मुलगांवकर दे ऑफिस विच जाते हैं। मुलगांवकर दे ऑफिस दे विच जदों अपना काम कर रहे हुंदे ने उस टाइम ते उत्थे जीआरडी आए हुंदे। जीआरडी नूं देख के सुधा दे सामने ते पूरा सीन को मला पैंदा लैटर वाला कि हुण किते कोई क्वेश्चन ना पूछ ले जीआरडी कि तू लैटर लिखी सी इदा इदा कोई क्वेश्चन ना पूछ लवे। बहुत नर्वस हो जाती है। मुलगांवकर हुण जीआरडी दे नाल मुलाकात करांदे ने सुधा मूर्ति दी। ਉਹ जीआरडी ਨੂੰ ਕਹਿੰਦੇ ਕਿ ਆ ਇੱਕ ਪੋਸਟ ਗ੍ਰੈਜੂਏਟ ਵੂਮਨ ਹੈ ਕਿ ਇਸਨੇ ਮਾਸਟਰਸ ਦੀ ਡਿਗਰੀ ਕੀਤੀ ਹੋਈ ਹੈ ਤੇ ਨਾਲ ਹੀ ਨਾਲ ਆ ਫਰਸਟ ਵੂਮਨ ਹੈ ਜਿਹੜੀ ਕਿ ਸ਼ੌਪ ਫਲੋਰ ਦੇ ਉੱਪਰ ਕੰਮ ਕਰ ਰਹੀ ਹੈ। जीआरडी ਬਹੁਤ ਧਿਆਨ ਨਾਲ ਦੇਖਦੇ ਨੇ ਸੁਧਾ ਮੂਰਤੀ ਨੂੰ ਪਰ ਕੁਝ ਕਹਿੰਦੇ ਨਹੀਂ। सुधा बहुत नर्वस सी किसी तरीके बच जाती। कोई भी जीआरडी क्वेश्चन नहीं पूछते होंगे। एंड ते हम सुधा मूर्ति ने एक लाइन मेंशन की मैं पढ़दा। Close to 50% of the students in today's engineering colleges are girls and there are women on top floor in many industry sectors. I see these changes and I think of Mr. GRD. If at all time stops and asks me what I want from life, I would say I wish Mr. JRD were alive today to see how the company he started has grown. He would have enjoyed it wholeheartedly. ਸੁਧਾ ਮੂਰਤੀ ਕਹਿੰਦੇ ਕਿ ਅੱਜ ਦੇ ਇੰਜੀਨੀਅਰਿੰਗ ਕਾਲਜਸ ਦੇ ਵਿੱਚ ਲਗਭਗ 50% ਕੁੜੀਆਂ ਹਨ ਤੇ ਜਿਹੜੇ ਉਦਯੋਗ ਨੇ ਇੰਡਸਟਰੀਜ਼ ਨੇ ਉਸ ਦੇ ਵੀ ਹਿੱਸਿਆਂ ਦੇ ਵਿੱਚ ਸ਼ੌਪ ਫਲੋਰ ਦੇ ਉੱਪਰ ਲੜਕੀਆਂ ਦਾ ਕਾਫੀ ਹਿੱਸਾ। ਕਹਿੰਦੀ ਜਦੋਂ ਮੈਂ ਇਹਨਾਂ ਪਰਿਵਰਤਨਾਂ ਨੂੰ ਵੇਖਦੀ ਹਾਂ ਇਹਨਾਂ ਚੇਂਜਸ ਨੂੰ ਦੇਖਦੀ ਹਾਂ ਤਾਂ ਕਿੰਨੂੰ ਯਾਦ ਕਰਦੀ ਹਾਂ
ਮਿਸਟਰ ਜੀਆਰਡੀ ਨੂੰ ਯਾਦ ਕਰਨੀ ਹੈ, ਜਿਨ੍ਹਾਂ ਨੇ ਟਾਈਮ ਦੇ ਉੱਪਰ ਆ ਪਰਿਵਰਤਨ ਕਰ ਲਿਆ ਸੀਗਾ ਕਿ ਸ਼ੌਪ ਫਲੋਰ ਦੇ ਉੱਪਰ ਇੱਕ ਲੜਕੀ ਨੂੰ ਰੱਖ ਲਿਆ ਸੀ। ਅਬ ਕੀ ਕਹਿੰਦੀ ਹੈ, ਜੇ ਸਮਾਂ ਰੁਕ ਜਾਵੇ ਅਤੇ ਉਸ ਨੂੰ ਪੁੱਛੇ ਕਿ ਕੀ ਹੋਵੇ, ਤੇ ਉਹ ਚਾਹੁੰਦੀ ਹੈ ਕਿ ਮਿਸਟਰ ਜੀਆਰਡੀ ਦੁਬਾਰਾ ਜਿੰਦਾ ਹੋ ਜਾਣ ਅਤੇ ਵੇਖਣ ਕਿ ਉਹਨਾਂ ਦੀ ਕੰਪਨੀ ਅੱਜ ਕਿੰਨੀ ਅੱਗੇ ਪਹੁੰਚ ਗਈ ਹੈ। ਉਹਨਾਂ ਦਾ ਲਾਇਆ ਬੂਟਾ ਇੱਕ ਪੇੜ ਬਣ ਚੁੱਕਿਆ ਤੇ ਇਸ ਨੂੰ ਉਹ ਆਪਣੇ ਪੂਰੇ ਦਿਲੋਂ ਇਸ ਦਾ ਆਨੰਦ ਉਠਾ ਕੇ ਇੰਜੋਏ ਕਰਨਗੇ। ਹੋਪ ਤੁਹਾਨੂੰ ਚੈਪਟਰ ਸਮਝ ਆ ਗਿਆ ਹੋਵੇ। ਅਗਲੀ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਆਨਸਰ ਡਿਸਕਸ ਕਰਾਂਗੇ। ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਲਾਈਕ ਕਰਿਓ, ਸ਼ੇਅਰ ਕਰਿਓ। ਧੰਨਵਾਦ।